ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਚੱਲ ਰਹੀ ਹੈ। ਪਿਛਲੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੱਡਾ ਪੋਤਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਸਪੁੱਤਰ ਧੀਰਮਲ, ਉਸ ਨੂੰ 6ਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਸੱਦਿਆ। ਖਬਰ ਮਿਲੀ, ਮਾਤਾ ਨੇਤੀ ਨੇ ਸਮਝਾਇਆ, ਪੁੱਤਰ ਦਾਦਾ ਗੁਰੂ ਜੀ ਦਾ ਹੁਕਮ ਮੰਨ ਕੇ ਤੂੰ ਚਲਿਆ ਜਾ, ਕੀ ਪਤਾ ਤੈਨੂੰ ਗੁਰਿਆਈ ਦੇ ਦੇਣ। ਤੈਨੂੰ ਨਾ ਦਿੱਤੀ ਤਾਂ ਛੋਟੇ ਨੂੰ ਤਾਂ ਗੁਰਿਆਈ ਦੇਣਗੇ ਹੀ ਦੇਣਗੇ। ਉਹਨਾਂ ਦੇ 3 ਸਾਹਿਬਜ਼ਾਦੇ ਹਨ, ਕੀ ਪਤਾ ਦਾਦਾ ਗੁਰੂ ਜੀ ਦੇ ਮਨ 'ਚ ਕੀ ਹੈ। ਤਿੰਨੇ ਸਾਹਿਬਜ਼ਾਦਿਆਂ ਅਤੇ 2 ਪੋਤਰਿਆਂ ਵਿੱਚ ਕਿਸ ਨੂੰ ਚੁਣਦੇ ਹਨ। ਮਾਤਾ ਦੀ ਸਲਾਹ ਮੰਨ ਕਰਕੇ ਕੀਰਤਪੁਰ ਸਾਹਿਬ ਆਇਆ। ਇੱਧਰ ਪੂਰਨਮਾਸੀ ਵਿੱਚ 3 ਦਿਨ ਬਾਕੀ ਹਨ। ਕਿਆ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਅਸੀਂ ਪੂਰਨਮਾਸੀ ਵਾਲੇ ਦਿਨ ਦਰਸ਼ਨ ਦਿਆਂਗੇ। ਧੀਰਮਲ ਨੂੰ ਵੀ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ 3 ਦਿਨ ਤੋਂ ਪਹਿਲਾਂ ਬਾਹਰ ਨਹੀਂ ਨਿਕਲਣਗੇ, ਦਰਸ਼ਨ ਨਹੀਂ ਦੇਣਗੇ ਸੰਗਤਾਂ ਨੂੰ। ਤਾਂ ਤੇ ਸੰਗਤਾਂ ਪਾਸੋਂ ਮੈਂ ਆਪਦੀ ਪੂਜਾ ਕਰਵਾ ਲਵਾਂ। ਦਾਦਾ ਗੁਰੂ ਜੀ ਦੇ ਹੁੰਦਿਆਂ ਜੇ ਮੇਰੀ ਪੂਜਾ ਮਾਣ ਤਾਣ ਹੋ ਗਈ ਫਿਰ ਕੋਈ ਹਟਾ ਨਹੀਂ ਸਕਦਾ। ਸਾਰਿਆਂ ਨੂੰ ਪਤਾ ਲੱਗ ਜਾਣਾ ਹੈ ਕਿ 6ਵੇਂ ਪਾਤਸ਼ਾਹ ਜੀ ਨੇ ਵੱਡੇ ਪੋਤਰੇ ਨੂੰ ਗੁਰਿਆਈ ਦਿੱਤੀ ਹੈ। ਕੁਝ ਖੋਟੇ ਮਸੰਦ ਜੋ ਧੀਰਮਲ ਦੇ ਕੋਲ ਰਹਿੰਦੇ ਸਨ, ਜੋ ਲਾਲਚੀ ਸਨ, ਚਾਪਲੂਸੀ ਕਰਨ ਵਾਲੇ ਜਿਹੜੇ ਸਨ, ਉਹ ਹਰ ਸਮੇਂ ਸਮਝਾਉਂਦੇ ਰਹਿੰਦੇ ਸਨ ਕਿ ਤੁਹਾਡੀ ਚੰਗੀ ਸਲਾਹ ਹੈ, ਤੁਸੀਂ ਪੂਜਾ ਕਰਵਾ ਲਓ, ਅਸੀਂ ਤੁਹਾਡੇ ਨਾਲ ਹਾਂ। ਤਾਂ ਉਸਨੇ ਇੱਕ ਮੁੱਠਾ ਚੌਰ ਦਾ ਬਣਵਾ ਕੇ ਔਰ ਮਸਲੰਦ ਡਾ ਕਰਕੇ ਬਾਜ਼ਾਰ ਵਿੱਚ ਖੁੱਲ੍ਹੇ ਮੈਦਾਨ ਵਿੱਚ ਬੈਠ ਗਿਆ, ਗੱਦੀ ਲਗਾ ਕਰਕੇ ਪੂਜਾ ਕਰਵਾਉਣ ਲੱਗਿਆ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਕੌਣ ਹੈ ਔਰ ਇਸ ਨੂੰ ਗੁਰਿਆਈ ਦਿੱਤੀ ਹੈ ਕਿ ਨਹੀਂ। ਭੁਲੇਖੇ ਵਿੱਚ ਕਈ ਅਣਜਾਣ ਸਿੱਖ ਵੀ ਮੱਥਾ ਟੇਕਦੇ ਹਨ, ਭੇਟਾਵਾਂ ਲੈ ਕੇ ਆਏ ਸਨ 6ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ। ਪਰ ਉਹ ਧੀਰਮਲ ਨੂੰ ਸਾਰੀ ਭੇਟਾ ਅਰਪਣ ਕਰਨ ਲੱਗੇ। ਸਵਾ ਪਹਿਰ ਦਿਨ ਚੜ੍ਹੇ ਤੱਕ ਉਹ ਪੂਜਾ ਕਰਵਾਉਂਦਾ ਰਿਹਾ। ਬਹੁਤ ਸਾਰੀ ਭੇਟਾ ਇਕੱਠੀ ਹੋ ਗਈ। ਕਿਸੇ ਸਰਦਾਲੂ ਨਿਸ਼ਚੇ ਵਾਲੇ ਸਿੱਖ ਨੇ ਜਾ ਕੇ 6ਵੇਂ ਪਾਤਸ਼ਾਹ ਜੀ ਨੂੰ ਸਾਰੀ ਖਬਰ ਸੁਣਾਈ। ਮਹਾਰਾਜ ਤੁਹਾਡਾ ਵੱਡਾ ਪੋਤਰਾ ਪਖੰਡ ਖਿਲਾਰ ਕੇ ਬੈਠਾ ਹੈ, ਗੁਰੂ ਬਣ ਕੇ ਪੂਜਾ ਕਰਵਾ ਰਿਹਾ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਉਸ ਦੇ ਮਸੰਦਾਂ ਨੂੰ ਜਾ ਕੇ ਤਾੜਨਾ ਕਰੋ ਔਰ ਧੀਰਮਲ ਨੂੰ ਵੀ
कहो कि इत्थे गद्दी ला के ना बैठे, सारा पखंड जो खिलार के बैठा है वो चुप करके अपने स्थान ते चला जावे, इत्थे ना रहे। सो जदों श्री गुरु हरगोबिंद साहिब महाराज जी दे मसंदा ने ते कुछ सिखा ने आके और खोटे मसंदा नूं गालां कड्डियां, ताड़ना कीती। अखीर धीरमल नूं कहा कि जे तू भला चाहुंदा है तो सारा साजो समाज चुक के इत्थों तुर जा। दादा गुरु जी का हुक्म है कि तू गद्दी ला के पूजा नहीं करवा सकता, नहीं तो मुस्कां बंद करके गुरु साहिब जी दे सन्मुख पेश करांगे, अगे जो सज़ा मिलेगी वो तू जानी। चंगी तरह ताड़ना दे के समझाया। वो सारी पूजा दी माया इकट्ठी करके और वो तुर पिया, शहर च ना टिकिया, उजाड़ा भी जा करके सारी जो होर भी समग्री सी, भेटावां सी, वो सब मंगवा लईयां। हुण अगली कथा सरवण करन दे लई आपो अपणियां मनोबिरतियां नूं एकागर करिए। गुर की मूरत मन मह ध्यान, गुर कै शब्द मंत्र मन मान, गुर कै चरण हृदय लै धारों, गुर पार ब्रह्म सदा नमस्कारों। सतगुरां दे पवित्र चरना कमलां नूं हिरदे विच वसाउंदे होए रसना पवित्र करिए। सारे माई भाई गज बज के आखिए सतनाम श्री वाहेगुरु जी। फिर सारे गज के आखिए सतनाम श्री वाहेगुरु जी। दोहरा अदक निरादर पाए कै धीर मल दुख हीए। सो साध संगत जी कवियां दे सिरमौर चूड़ामन कवि भाई साहब भाई संतोख सिंह जी अगली कथा वर्णन कर रहे हैं। बहुत निरादरी पा के दिल विच बहुता दुख मनाउंदा होया धीरमल सब संगत मैं बिदत पे बेमर्याद जिम किए। और सारी संगत विच पर्दा फास हो गया, पता लग गया कि धीरमल ने बेमर्याद गल कीती है। चौपई सुन कर संगत मह सिख सियाने। सुन के सिख संगतां विच जिहड़े सियाणे सिख सन, जदों पता लग्या धीरमल गद्दी लगा करके मसलंद लगा करके गुरु बन बैठा है, सियाणे सिखां नूं जदों पता लग्या पृथ्वी के सम कै कपट महाने। वो अनुमान लगाउण लगे कि पृथ्वी वांग है जां उस तों भी बड़ा कपटी है। अपनो जान छिमा गुर धरै। अपना पोतरा जान करके छेवें पातशाह छेवां धारी बैठे हन। एहो तिन ते कुछ त्रास न कर। पर दादा गुरु जी वालों ये रंचक मात्र भी डर नहीं धारदा। पाती लिखत रिपन सो रहियो। और पत्रका लिख करके मुगलों के ताई भेजदा रहा। गुर प्रताप को न लहियो। सतगुरु दादा गुरु जी दे तेज प्रताप नूं रंचक मात्र भी नहीं जानिया। बोहर सांग न आवन कीना। फिर जिस वेले छेवें पातशाह करतारपुर साहिब का अखीरला जंग जित करके जदों कीरतपुर साहिब जान लगे, धीरमल नूं भी कहा सी तू भी साडे नाल चल, पर कपड़ धार करके उत्थे करतारपुर साहिब भी टिकिया रहा। कहा कि एवें क्यों तुरकां दे नाल बिगाड़ पाउणा है, सुख शांति दे नाल रहांगे, तुरक बादशाह साडी मदद करेगा। और दूजी गल साडे कोल श्री गुरु ग्रंथ साहिब जी की पावन पवित्र भीड़ है, जिस करके मैं आप दी पूजा करवावांगा, गुरु बन जावांगा। ਇਹ ਮਨ 'ਚ ਕਪਟ ਧਾਰ ਕੇ ਦਾਦਾ ਗੁਰੂ ਜੀ ਦੇ ਨਾਲ ਕੀਰਤਪੁਰ ਸਾਹਿਬ ਨਹੀਂ ਆਇਆ ਸੀ। ग्रंथ दुराए सदन महलीना। और उसने श्री गुरु ग्रंथ साहिब जी का पावन पवित्र स्वरूप करतारपुर साहिब अपने घर ਵਿੱਚ ਹੀ ਛਿਪਾ ਕੇ ਰੱਖਿਆ। ਤਉ ਨਾ ਸਤਿਗੁਰ ਰਿਸ ਉਰ ਭਏ। ਗੁਰੂ ਸਾਹਿਬ ਜੀ ਕਿਰਪਾ ਹੀ ਕਰਦੇ ਰਹੇ
और क्रोधवान ना होए। अपनो जान क्षमा कर गए, अपना पोतरा जान करके क्षमा ही धारी रहे। अब क्यों हूँ कर निकट हकारा। ਹੁਣ ਕਿਸੇ ਕਾਰਨ ਵਸ ਧੀਰਮਲ ਨੂੰ ਸੱਦਿਆ ਸੀ ਛੇਵੇਂ ਪਾਤਸ਼ਾਹ ਜੀ ਨੇ। ਨਿਸਡਰ ਹਵੈ ਪਖੰਡ ਇਹ ਧਾਰਾ। और ये निष्ठुर होके निष्का और निडर होकर के पखंड खिलार के बैठ गया। को जान गुर कहाँ रजाए, कौन जानदा गुरां दी की मर्जी है। कहाँ करह नह जानी जाए। की अगे करना है गुरु साहिब जी ने कुछ जानिया नहीं जाता। इत्यादक सब बिखै बिरतंत। इत्यादक सारे सिखां विच मुखी मसंदां दे विच सारा बिरतंत फैल गया। कह सुनै बहु सिख मलंत। और जेड़े सिख सियाणे हन वो आपस में कहंदे सुनदे हन। धीर मल इमलख अपमाना। धीर मल अपना अपमान निरादरी जान करके चिंता सलता बह्यो महाना। चिंता रूपी दरिया विच रोड़िया जाता है। नह अंतर पुन प्रवेश्यो आए। जदों ताड़ना कीती गुरु साहिब जी दे मसंदा ने फिर प्रवेश वो शहर विच ना टिकिया और बाहर चला गया। मुड़ के शहर दे अंदर नहीं बढ़िया। बहर जाए है लीन मंगाए। बाहर जा करके सब वस्तुआं मंगा लिया। चढ़ एकल ही तुरत प्याना। और चढ़ के घोड़े ते तुरंत ही प्रस्थान कर गया। हरो जाए कोसक एक थाना। और एक कोह ते जा करके खलोता। सर्ब समाज हकारण कीन। सारा साजो समाज अपने कोल सदवा लिया अपने मसंदा नू भेज के। पछतावत तह मेल सुलीन। और पछताउंदा होया जो भी हाथ आया वो साजो समाज लेके चलदा बनया। दुखी होए पासलता पार। दुखी होकर के दरिया पार कीती। गिनती अनगन मन है मजार। और मन विच अनेक तरह दीयां गिनतियां सोचां सोचदा जांदा है। मैं जननी भाखे चल आयो। मैं तो अपनी माता नेती दे कहे अनुसार चल के आ गया। जिस ते महा अनादर पायो। जिस करके इत्थे आके बहुत बड़ा अपमान अनादर पाया। पूरब कै जानत को नाही। और पहला तो कोई जानदा सी कोई नहीं जानदा सी। भयो कुजास अब सब दिस माही। हुण तां ये गल सारियां दे विच फैल गई। सारियां नूं पता लग गया कि धीरमल अपने आप गुरु बन बैठा है, पखंड खिलार के बैठा है। दादा गुरु ने गुरियाई नहीं दिती। ये गल सारे फैल गई। दूर दूर के हुते मसंद। दूर दूर जेड़े मसंद है सन। संग संग ता जिनके बृंद। जिन्ना दे नाल जिन्ना मुखी मसंदा दे नाल बेअंत संगतां नाल सन। पात्र शिकार सकल ने जाना। और सारियां ने तिरस्कार हुंदा देखिया और जानिया। बिगड़ गयो मम काज महाना। धीरमल सोचदा मेरा बड़ा काम वो बिगड़ गया, मेरे मनसूबियां ते पानी फिर गया। जिसते पूजा होए ना मेरी। जिस करके मेरी पूजा हुण नहीं हो सकती। दियो निकार कह इस बेरी। और सारे सियाणे सिख जड़े हन वो कह रहे हैं इस समय इस धीरमल नूं शहर चों बाहर कट दिओ। इत्यादक तिसको पछुतावा। इत्यादक ये सब गल्लां सोच विचार के बड़ा पछताउंदा है। कहूँ कहाँ लग जो दुख पावा। और कित्थों तक कहिए जो दुख धीरमल ने पाया है वो अवर्णनीय है। हृदय विसूरत पुर करतार। हृदय विच झुरदा होया करतारपुर साहिब। बहयो जाए भो चिंत मजार। और चिंता रूपी नदी विच रुड़दा जांदा
ਸੋਚਾਂ ਸੋਚਦਾ ਕਰਤਾਰਪੁਰ ਸਾਹਿਬ ਆ ਗਿਆ। ਕੀਰਤਪੁਰ ਮਹਿ ਲੱਖੋਂ ਦਾਸ, ਕੀਰਤਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਲੱਖਾਂ ਹੀ ਸਿੱਖ ਸੇਵਕ ਦਾਸ ਹਨ। ਸੰਗ ਮਸਾਂਦੇ ਸੰਗਤਾਂ ਰਸ, ਔਰ ਮੁਖੀ ਮੁਖੀ ਮਸੰਦ ਹਨ, ਉਹਨਾਂ ਦੇ ਨਾਲ ਬੇਅੰਤ ਸੰਗਤਾਂ ਹਨ। ਧੀਰ ਮਲ ਕੋ ਕਪਟ ਕੁਡਾਲੀ, ਧੀਰ ਮਲ ਦਾ ਜੋ ਕਪਟ ਸੀ, ਖੋਟੀ ਚਾਲ ਸੀ, ਸਭ ਮੈਂ ਬਿਦਤੀ ਕੀਏ ਜੋ ਕੁਚਾਲੀ। ਜੋ ਖੋਟੀ ਚਾਲ ਚਲੀ ਧੀਰ ਮਲ ਨੇ, ਖੋਟਾ ਕੰਮ ਕੀਤਾ, ਸਾਰਿਆਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ। ਤੀਨੋਂ ਸਤਿਗੁਰ ਕੇ ਸੁਤ ਧੀਰ, ਔਰ ਗੁਰੂ ਸਾਹਿਬ ਜੀ ਦੇ ਤਿੰਨੇ ਸਾਹਿਬਜ਼ਾਦੇ ਧੀਰਜਵਾਨ ਹਨ। ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਹੀ ਧੀਰਜਵਾਨ ਹਨ। ਗੁਣ ਗਣ ਸਹਿਤ ਸੁਲਾਇਕ ਬੀਰ, ਸਭ ਗੁਣਾ ਸੰਪੰਨ, ਲਾਇਕ ਹਨ ਹਰ ਤਰ੍ਹਾਂ ਕਰਕੇ। ਸਭ ਸ੍ਰੀ ਗੁਰ ਕੀ ਦਿਸ਼ਾ ਨਿਹਾਰੈ, ਸਾਰੇ ਤਿੰਨੇ ਸਾਹਿਬਜ਼ਾਦੇ ਗੁਰੂ ਪਿਤਾ ਜੀ ਵੱਲ ਦੇਖ ਰਹੇ ਹਨ। ਸੇਵਾ ਵਿਖੈ ਨਿਮਰਤਾ ਧਾਰੈ, ਨਿਮਰਤਾ ਧਾਰ ਕਰਕੇ ਸੇਵਾ ਵਿੱਚ ਮਨ ਲੀਨ ਰੱਖਦੇ ਹਨ। ਦੇਖੈ ਗੁਰੂ ਕਹਾ ਕ੍ਰਿਤ ਕਰੈ, ਦੇਖਦੇ ਹਨ, ਉਡੀਕ ਕਰ ਰਹੇ ਹਨ ਕਿ ਗੁਰੂ ਪਿਤਾ ਜੀ ਕੀ ਹੁਣ ਕਰਨ ਵਾਲੇ ਹਨ। ਹਿਰਦੈ ਪ੍ਰਤੀਖਤ ਸੰਸੈ ਧਰੈ, ਸੰਸਾ ਧਾਰ ਕੇ ਹਿਰਦੇ ਵਿੱਚ ਉਡੀਕ ਕਰਦੇ ਹਨ। ਸਤਿਗੁਰ ਕੋ ਰੁਖ ਜਾਣਿਓ ਪਰੈ, ਸਤਿਗੁਰਾਂ ਦਾ ਰੁਖ ਇਉਂ ਜਾਣ ਪੈਂਦਾ ਹੈ। ਲਘੂ ਪੋਤਰੇ ਪਰ ਕਰੁਣਾ ਧਰੈ, ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਦੇ ਉੱਪਰ ਬੜੀ ਕਿਰਪਾ ਦ੍ਰਿਸ਼ਟੀ ਧਾਰਦੇ ਹਨ। ਇਹ ਬੜ ਢੀਠ ਆਪ ਗੁਰ ਬਣਿਓ, ਇਹ ਧੀਰ ਮਲ ਤਾਂ ਆਪਣੇ ਆਪ ਗੁਰੂ ਬਣ ਬੈਠਾ ਹੈ। ਬੋਹਰ ਨਿਕਟ ਕੁਛ ਨਾਹਿ ਨ ਗਿਨਿਓ, ਪਰ ਇਸਨੇ ਕੁਝ ਵਿਚਾਰਿਆ ਨਹੀਂ ਕਿ ਸਾਡੇ ਪਾਸ ਤਾਂ ਕੁਝ ਹੈ ਹੀ ਨਹੀਂ, ਕੋਈ ਸ਼ਕਤੀ ਤਾਂ ਹੈ ਨਹੀਂ। ਗੁਰੂ ਸ਼ਕਤੀ ਰੰਚਕ ਮਾਤਰ ਵੀ ਨਹੀਂ ਹੈ, ਸਿੱਖਾਂ ਦਾ ਕਲਿਆਣ ਕਿਵੇਂ ਕਰੇਗਾ। ਪਿਰਥੀਏ ਸਮ ਅਬ ਭਇਓ ਨਿਰਾਲਾ, ਔਰ ਪਿਰਥੀਏ ਵਾਂਗ ਇਹ ਵੱਖਰਾ ਨਿਰਾਲਾ ਹੋ ਗਿਆ। ਜਿਵੇਂ ਜਦੋਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਛੋਟੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਦਿੱਤੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਤਾਂ ਪਿਰਥੀ ਚੰਦ ਸੜ ਬਲ ਗਿਆ, ਬੋਲ ਕਬੋਲ ਬੋਲਣ ਲੱਗਿਆ। ਫਿਰ ਉਸਨੇ ਵਿਉਂਤ ਬਣਾਈ ਆਪਣੇ ਵਿਚਕਾਰਲੇ ਭਰਾ ਮਹਾਦੇਵ ਜੀ ਜੋ ਅਲਮਤ ਸਾਧੂ ਸੁਭਾਅ ਵਾਲੇ ਸਨ। ਉਹਨਾਂ ਨੂੰ ਕਿਹਾ ਕਿ ਚੱਲ, ਮੈਂ ਵੱਡਾ ਹਾਂ, ਮੈਨੂੰ ਗੁਰਿਆਈ ਨਹੀਂ ਮਿਲੀ, ਛੋਟੇ ਨੂੰ ਮਿਲ ਗਈ, ਮੈਥੋਂ ਬਾਅਦ ਤੈਨੂੰ ਮਿਲਣੀ ਚਾਹੀਦੀ ਸੀ। ਮੈਂ ਬਾਦਸ਼ਾਹ ਦੀ ਕਚਹਿਰੀ 'ਚ ਕਹਾਂਗਾ, ਨਾ ਵੱਡੇ ਕੋਲ ਗੱਦੀ ਰਹਿਣੀ ਚਾਹੀਦੀ ਹੈ ਨਾ ਛੋਟੇ ਕੋਲ, ਵਿਚਕਾਰਲੇ ਨੂੰ ਗੁਰਿਆਈ ਦੇ ਦਿਓ। ਬਾਬਾ ਮਹਾਦੇਵ ਜੀ ਨੇ ਕਿਹਾ ਕਿ ਭਰਾਤਾ ਜੀ, ਗੱਲ ਤਾਂ ਤੁਹਾਡੀ ਸਹੀ ਹੈ, ਪਰ ਸਾਡੇ ਕੋਲ ਸ਼ਕਤੀ ਕੋਈ ਨਹੀਂ। ਸ਼ਕਤੀ ਤੋਂ ਬਿਨਾਂ ਸਿੱਖਾਂ ਦਾ ਉਧਾਰ ਕਿਵੇਂ ਕਰਾਂਗੇ, ਕਲਿਆਣ ਕਿਵੇਂ ਕਰਾਂਗੇ। ਜੇ ਕੋਈ ਸਿੱਖ ਸਵਾਲ ਪੁੱਛੇਗਾ ਅਸੀਂ ਕੀ ਜਵਾਬ ਦੇਵਾਂਗੇ। ਸ਼ਕਤੀ ਤੋਂ ਬਿਨਾਂ ਗੁਰੂ ਕੋਈ ਨਹੀਂ ਬਣ ਸਕਦਾ। ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ, ਤਖਤ 'ਤੇ ਉਹੀ ਬੈਠ ਸਕਦਾ ਜੋ ਤਖਤ 'ਤੇ ਬੈਠਣ ਲਾਇਕ ਹੋਵੇ, ਜੋ ਗੁਣ ਹੋਵੇ, ਸ਼ਕਤੀ ਹੋਵੇ। ਗੁਰੂ ਸ਼ਕਤੀ ਤਾਂ ਹੈ ਹੀ ਨਹੀਂ। ਪਿਰਥੀਏ ਵਾਂਗ ਇਹ ਧੀਰ ਮਲ ਸ਼ਕਤੀ ਤੋਂ ਹੀਨ, ਇਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ। ਰਹਿਓ ਨਾ ਵੇਲ ਗੁਰੂ ਘਰ ਨਾਲਾ, ਔਰ ਗੁਰੂ ਘਰ ਦੇ ਨਾਲ ਪਿਰਥੀਏ ਵਾਂਗ ਧੀਰ ਮਲ ਦਾ ਵੀ ਮੇਲ ਜੋਲ ਨਹੀਂ ਰਿਹਾ। ਜਾਨੀ ਪਰੈ ਬਿਗਾੜ ਉਠੈ ਹੈ, ਇਉਂ ਜਾਣ ਪੈਂਦਾ ਕਿ ਬਹੁਤ ਵੱਡਾ ਵਿਗਾੜ ਉੱਠੇਗਾ। ਗੁਰ ਸੰਗ ਦ્વੈਤ ਅਧਿਕ ਉਪਜੈ ਹੈ, ਗੁਰਾਂ ਦੇ ਨਾਲ ਇਸਨੇ ਬਹੁਤ ਹੀ ਦਵੈਸ ਭਾਵਨਾ ਰੱਖ ਕਰਕੇ ਔਰ ਉਤਪਾਦ ਕੀਤਾ ਹੈ। ਜੋ ਪਖੰਡ ਖਿਲਾਰ ਕੇ ਗੱਦੀ ਲਗਾ ਕੇ ਬੈਠਾ, ਗੁਰੂ ਬਣ ਕੇ ਬੈਠਾ ਹੈ, ਇਸਨੇ ਬਹੁਤ ਮਾੜਾ ਕੰਮ ਕੀਤਾ ਧੀਰ ਮਲ ਨੇ। ਤੁਰਕਨ ਸੋ ਮੇਲੀ ਬੋ ਬਨਿਓ, ਤੁਰਕਾਂ ਦੇ ਨਾਲ, ਤੁਰਕਪਤੀ ਬਾਦਸ਼ਾਹ ਸ਼ਾਹਜਹਾਂ ਦੇ ਨਾਲ ਇਹ ਚੰਗਾ ਮੇਲ ਜੋਲ ਰੱਖਦਾ ਹੈ। ਪੱਤਰਕਾ ਭੇਜ ਕੇ ਪ੍ਰਸ਼ੰਸਾ ਕਰਕੇ ਲਿਖਦਾ ਹੈ, ਪ੍ਰਸੰਨ ਰੱਖਦਾ ਹੈ। ਪਦ ਊਚੋ ਸੁਮਨੋਰਥ ਹਨਿਓ, ਜੋ ਉੱਚਾ ਮੁਰਾਤਬਾ ਮਿਲਣਾ ਸੀ ਗੁਰਤਾ ਗੱਦੀ ਦਾ, ਉਹ ਤਾਂ ਹੁਣ ਮਿਲਣਾ ਹੀ ਨਹੀਂ। ਇਹ ਉਹਦੇ ਸਾਰੇ ਮਨਸੂਬਿਆਂ 'ਤੇ ਪਾਣੀ ਫਿਰ ਗਿਆ। ਜੋ ਚਾਹੁੰਦਾ ਸੀ ਕਿ ਮੈਨੂੰ ਵੱਡਾ ਮਨੋਰਥ ਹਾਸਿਲ ਹੋਵੇਗਾ,
ਉਹ ਹੁਣ ਨਹੀਂ ਹੋਣ ਵਾਲਾ। ਇਤਿਆਦਿਕ ਬਹੁ ਆਪਸ ਮਾਹੀ, ਇਤਿਆਦਿਕ ਆਪਸ ਵਿੱਚ ਸਾਰੇ ਸਿਆਣੇ ਸਿੱਖ, ਸਿੱਖ ਮਸੰਦ ਕਹਿ ਧਿਕ ਤਾਹੀ। ਔਰ ਸਾਰੇ ਮੁਖੀ ਮਸੰਦ ਤੇ ਸਿੱਖ ਤਿਰਕਾਰਾਂ ਪਾਉਂਦੇ ਹਨ ਧੀਰਮਲ ਨੂੰ। ਇਮ ਦਿਨ ਦੋਨੋਂ ਬੋਹਰ ਬਿਤਾਏ, ਔਰ ਇੱਕ ਦੋ ਦਿਨ ਫਿਰ ਗੁਰੂ ਸਾਹਿਬ ਜੀ ਨੇ ਬਤੀਤ ਕੀਤੇ। ਖੇਲਤ ਹੋਰੀ ਮਿਲ ਹੁਲਸਾਏ, ਔਰ ਹੁਲਾਸ ਉਮੰਗ ਉਤਸ਼ਾਹ ਦੇ ਸਹਿਤ ਸਾਰੇ ਸਿੱਖ ਰੰਗ ਅਬੀਰ ਗੁਲਾਲ ਲੈ ਕਰਕੇ ਹੋਲੀ ਖੇਡਦੇ ਹਨ। ਗਾਵੈ ਸ਼ਬਦ ਮੋਦ ਚਹੁਕੋਦ, ਚਾਰ ਚੁਫੇਰੇ ਸ਼ਬਦ ਗਾਇਨ ਕਰਦੇ ਹਨ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਬਰਸਤ ਰੰਗ ਗੁਲਾਲ ਪਿਓਦ। ਔਰ ਮਾਨੋ ਬੱਦਲ ਜਿਵੇਂ ਜਲ ਦੀ ਵਰਖਾ ਕਰਦੇ ਹਨ, ਇਸ ਤਰ੍ਹਾਂ ਰੰਗ ਘੋਲ ਕਰਕੇ ਔਰ ਰੰਗਾਂ ਦੀ ਵਰਖਾ ਕਰ ਰਹੇ ਹਨ। ਭਾਗ ਦਿਓਸ ਕੋ ਕੀਨਸ ਤਿਆਰੀ, ਔਰ ਤੀਸਰੇ ਦਿਨ ਜਦੋਂ ਔਰ ਭਾਗ ਦਿਓਸ ਕੋ ਕੀਨਸ ਤਿਆਰੀ, ਭਾਗ ਹੋਲੀ ਵਾਲੇ ਦਿਨ ਤਿਆਰੀ ਕੀਤੀ। ਨਿਕਸਨ ਕੀਨ ਬਹਿਰ ਗੁਰ ਭਾਰੀ, ਭਾਰੀ ਗੁਰੂ ਸਾਹਿਬ ਜੀ ਨੇ ਬਾਹਰ ਨਿਕਲਣਾ ਕੀਤਾ। ਫਰਸ ਵਿਸਾਲ ਕਰਾਇਓ ਚਾਰੂ, ਚਾਰ ਚੁਫੇਰੇ ਚੰਗੀ ਫਰਜ਼ ਕਰਵਾਈ। ਸੁਪਟ ਮਿਲੇ ਸਭ ਆਯੁਧ ਧਾਰੂ, ਔਰ ਸਾਰੇ ਆਯੁਧ ਧਾਰੀ ਸਾਰੇ ਸ਼ਸਤਰ ਧਾਰੀ ਸਿੱਖ ਸੂਰਮੇ ਵੀ ਆਏ। ਪੁਨ ਸੁੰਦਰ ਮਸਨੰਦ ਬਿਲੰਦ, ਫਿਰ ਸੁੰਦਰ ਮਸਲੰਦ ਮੰਗਵਾਇਆ। ਕਰੀ ਦਸਾਵਨ ਰੰਗ ਅਮੰਦ, ਔਰ ਬਹੁਤ ਸੋਹਣਾ ਮਸਲੰਦ ਮੰਗਵਾ ਕਰਕੇ ਔਰ ਜੋ ਮਸਨੰਦ ਗੱਦੀ ਨੂੰ ਆਖਦੇ ਹਨ, ਜੋ ਵੱਡਾ ਸਿਰਹਾਣਾ ਹੁੰਦਾ ਹੈ, ਉਹ ਮੰਗਵਾਉਣਾ ਕੀਤਾ ਸਤਿਗੁਰਾਂ ਨੇ। ਪੁਨ ਉਪਧਾਨ ਮਹਾਨੋ ਆਨਾ, ਫਿਰ ਬਹੁਤ ਵੱਡਾ ਔਰ ਉਪਧਾਨ ਸਿਰਹਾਣਾ ਮੰਗਵਾਇਆ। ਗਿਰਦਾ ਬਸਤਰ ਬਰਨ ਬਰਨਾਨਾ, ਉਸ ਸਿਰਹਾਣੇ ਦੇ ਵੱਡੇ ਸਿਰਹਾਣੇ ਦੇ ਚਾਰ ਚੁਫੇਰੇ ਇਰਦ ਗਿਰਦ ਨਾਨਾ ਰੰਗਾਂ ਦੇ ਬਸਤਰ ਦੇ ਝਾਲਰ ਬਣਵਾਏ। ਸਭਾ ਵਿਸਾਲ ਰਾਖ ਮੈਦਾਨਾ, ਔਰ ਵੱਡੀ ਸਭਾ ਲੱਗੀ, ਮੈਦਾਨ ਵਿੱਚ ਸਭਾ ਲਗਾਈ। ਫੂਲਨ ਮਾਲਾ ਰਚਤ ਸੁਜਾਨਾ, ਔਰ ਫੁੱਲ ਮਾਲਾ ਦੇ ਨਾਲ ਸਭ ਸਜਾਇਆ ਗਿਆ। ਕੋਸਿਸ ਬਿਸਦ ਮਹਿਦ ਬਪ ਪਾਈ, ਔਰ ਚਿੱਟੀ ਪੁਸ਼ਾਕ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਗਲ ਵਿੱਚ ਪਾਈ। ਨਿਕਸੇ ਚਾਚਰ ਹੇਤ ਗੁਸਾਈ, ਗੁਸਾਈ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਾਚਰ ਨਾਮ ਹੋਲੀ ਖੇਡਣ ਵਾਸਤੇ ਬਾਹਰ ਨਿਕਲੇ। ਕੰਚਨ ਦੰਡ ਤਰੇ ਜਿਨ ਹੱਥ, ਜਿਨ੍ਹਾਂ ਸੇਵਕਾਂ ਦੇ ਹੱਥ ਵਿੱਚ ਸੋਨੇ ਦੇ ਡੰਡੇ ਫੜੇ ਹੋਏ ਹਨ ਚੋਪਦਾਰਾਂ ਦੇ। ਦਿਸਦਾਏ ਆਗੇ ਕੁਛ ਨਾਥ, ਉਹ ਤਾਂ ਸੱਜੇ ਹੱਥ ਸੋਨੇ ਦਾ ਡੰਡਾ ਲੈ ਕਰਕੇ ਚੋਪ ਲੈ ਕਰਕੇ ਚੱਲ ਰਹੇ ਹਨ, ਕੁਝ ਅੱਗੇ ਪਿੱਛੇ ਚੱਲ ਰਹੇ ਹਨ। ਸੁੰਦਰ ਚਮਰ ਟੁਰਾਵਤ ਪਾਛੇ, ਔਰ ਪਿੱਛੋਂ ਸਿੱਖ ਜਿਹੜੇ ਹਨ ਗੁਰੂ ਸਾਹਿਬ ਜੀ ਦੇ ਸੀਸ ਉੱਪਰ ਸੁੰਦਰ ਚਵਰ ਢਲਾਉਂਦੇ ਆ ਰਹੇ ਹਨ। ਗਹਿਓ ਹੱਥ ਪਾਣੇ ਕੋ ਆਛੇ, ਔਰ ਚੰਗੀ ਤਰ੍ਹਾਂ ਭਾਈ ਭਾਨਾ ਸਾਹਿਬ ਜੀ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕਰਕੇ ਪਾਤਸ਼ਾਹ ਜੀ ਤੁਰੇ ਜਾਂਦੇ ਹਨ। ਮੰਦ ਮੰਦ ਮੁਸਕਾਵਤ ਆਏ, ਹੌਲੀ ਹੌਲੀ ਮੁਸਕਰਾਉਂਦੇ ਹੋਏ ਆਏ। ਕਮਲ ਬਿਲੋਚਨ ਕੋ ਬਿਕਸਾਏ, ਨੇਤਰ ਕਮਲਾਂ ਨੂੰ ਚੰਗੀ ਤਰ੍ਹਾਂ ਖਿੜਾ ਕਰਕੇ। ਸਭਾ ਗਿਲਸਤ ਸਭਨ ਤੇ ਊਚੇ, ਔਰ ਸਭਾ ਬਹੁਤ ਵੱਡੀ ਸਭਾ ਲੱਗੀ ਹੋਈ ਹੈ, ਬਹੁਤ ਉੱਚੀ ਸਭਾ ਲੱਗੀ ਹੈ। ਬੋਲਤ ਦਿਪਤ ਦਸਨ ਦੁਤ ਸੂਚੇ, ਔਰ ਗੁਰੂ ਕਵੀ ਜੀ ਕਹਿ ਰਹੇ ਹਨ ਸਭਾ ਗਿਲਸਤ ਸਭਾ ਗਿੱਠ ਸਾਰਿਆਂ ਨਾਲੋਂ ਉੱਚਾ ਸਰੀਰ ਹੈ, ਕਦ ਕਾਠੀ ਸਭਾ ਗਿੱਠ ਉੱਚੀ ਹੈ। ਔਰ ਫਿਰ ਗੁਰੂ ਸਾਹਿਬ ਸਭਨ ਤੇ ਉੱਚੇ ਸਾਰਿਆਂ ਤੋਂ ਉੱਚੇ ਸਭਾ ਗਿੱਠ ਲੰਬਾਈ ਉੱਚੀ ਹੈ। ਜਦੋਂ ਬੋਲਦੇ ਹਨ ਤਾਂ ਮੂੰਹ 'ਚ ਜਿਹੜੇ ਦੰਦ ਹਨ ਚਮਕੀਲੇ ਦੰਦ ਚਿੱਟੇ ਦੰਦ ਉਹ ਦਿਸਦੇ ਹਨ। ਭੁਜ ਦੰਡਨ ਜਨ ਸੁੰਡ ਪ੍ਰਚੰਡੇ, ਔਰ ਭੁਜਾਵਾਂ ਇਸ ਤਰ੍ਹਾਂ ਹਨ ਜਿਵੇਂ ਹਾਥੀ ਦੇ ਬੱਚੇ ਦੇ ਸੁੰਡ ਹੋਣ, ਇਸ ਤਰ੍ਹਾਂ ਆਜਾਨ ਬਾਹੋ ਹੈ। ਜਿਨ ਤੇ ਖੰਡ ਖੰਡ ਰਿਪ ਦੰਡੇ, ਜਿਸ ਭੁਜ ਦੰਡਾਂ ਦੇ ਨਾਲ
ਵੈਰੀ ਦਲਾਂ ਨੂੰ ਖੰਡ ਖੰਡ ਕਰਕੇ ਟੋਟੇ ਟੋਟੇ ਕਰਕੇ ਸਿੱਟ ਦਿੱਤਾ। ਮੁਕਤਾ ਮਾਲ ਵਿਸਾਲ ਸੁਹਾਈ, ਔਰ ਸੁੱਚੇ ਮੋਤੀਆਂ ਦੀ ਵੱਡੀ ਮਾਲਾ ਗਲ ਵਿੱਚ ਸ਼ੋਭ ਰਹੀ ਹੈ। बीच बैरूरज बो छब पाई, और ਵਿੱਚ ਲਸੁਨੀਆਂ ਬਹੁਤ ਸ਼ੋਭਾ ਪਾ ਰਹੀ ਹੈ। आयुध बिना आए थिर पाए, शस्त्र तो बिना आके स्थित होए। चौं दिसते न मरी थिर थिए, और चारे पासियां तो सारे सिख भी आके नमरी होए। सुन सुन सुध सिख बृंद मसंद, और सुन सुन करके सारे सिख ते बहुत सारे मसंद आए तरे अकोर बिलंद, बहुत सारे सिख मसंद ਭੇਟਾਵਾਂ ਲੈ ਕੇ ਗੁਰੂ ਚਰਨਾਂ ਵਿੱਚ ਅਰਪਣ ਕਰਦੇ ਹਨ। ਅਨੇਕ ਸੰਗਤਾਂ ਦੇਸਨ ਦੇਸ, ਦੇਸਾਂ ਵਿਦੇਸਾਂ ਦੀਆਂ ਅਨੇਕ ਸੰਗਤਾਂ, ਬਹੁਤ ਗਿਣਤੀ ਵਿੱਚ ਸੰਗਤਾਂ ਆਈਆਂ ਹਨ ਦੇਸਾਂ ਵਿਦੇਸਾਂ ਤੋਂ। ਬਹੁ ਮੋਲੀ ਲੈ ਵਸਤੂ ਅਸੇਸ, ਬਹੁਤ ਕੀਮਤੀ ਵਸਤੂਆਂ ਵਿਸ਼ੇਸ਼ ਕਰਕੇ ਉਪਹਾਰ ਵਜੋਂ ਭੇਟਾ ਵਜੋਂ ਲੈ ਕੇ ਆਈਆਂ ਹਨ। ਅਰਨ ਬਰਨ ਅਰ ਪ੍ਰੀਤ ਵਿਸਾਲੇ, ਔਰ ਲਾਲ ਰੰਗ ਦੇ ਪੀਲੇ ਰੰਗ ਦੇ ਕੇਤਕ ਪਿਚਕਾਰੀ ਜੁਤ ਚਾਲੇ, ਕਈ ਪਿਚਕਾਰੀ ਵਿੱਚ ਲਾਲ ਰੰਗ, ਕਿਸੇ ਵਿੱਚ ਪੀਲਾ ਰੰਗ ਭਰ ਕੇ ਪਿਚਕਾਰੀ ਲੈ ਕਰਕੇ ਹੋਲੀ ਖੇਡਦੇ ਹਨ। ਅਲਤਾ ਬ੍ਰਿੰਦ ਗੁਲਾਲ ਅੰਬੀਰ, ਅਲਤਾ ਗੁਲਾਲ ਅੰਬੀਰ ਆਦਿਕ ਲੈ ਕਰ ਪਹੁੰਚਤ ਪੇ ਸਿੱਖ ਤੀਰ, ਇਹ ਅਲਤਾ ਗੁਲਾਬ ਅੰਬੀਰ ਲੈ ਕਰਕੇ ਸਾਰੇ ਸਿੱਖ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚਦੇ ਹਨ। ਪ੍ਰਥਮੈ ਚਰਨ ਸਰੋਜਨ ਬੰਦ ਹੈ, ਪਹਿਲਾਂ ਆਣ ਕਰਕੇ ਸਤਿਗੁਰਾਂ ਦੇ ਚਰਨਾਂ ਨੂੰ ਪਰਸਦੇ ਹਨ, ਚਰਨਾਂ ਤੇ ਮੱਥਾ ਟੇਕਦੇ ਹਨ। ਆਗੇ ਧਰਹਿ ਅਕੋਰ ਬਿਲੰਦ ਹੈ, ਫਿਰ ਜੋ ਭੇਟਾਵਾਂ ਲੈ ਕੇ ਆਏ ਹਨ ਉਹ ਅੱਗੇ ਚਰਨਾਂ ਵਿੱਚ ਅਰਪਣ ਕਰਦੇ ਹਨ। ਉਡਤ ਗੁਲਾਲ ਘਟਾ ਜਨ ਹੋਈ, ਜਦੋਂ ਗੁਲਾਲ ਉਡਾਉਂਦੇ ਹਨ ਮਾਨੋ ਆਕਾਸ਼ ਵਿੱਚ ਬੱਦਲ ਛਾ ਗਏ ਹੋਣ। ਰੰਗ ਬੂੰਦ ਬਰਖਤ ਹੈ ਸੋਈ, ਲਾਲ ਰੰਗ ਦਾ ਆਕਾਸ਼ ਹੋ ਗਿਆ ਜਦੋਂ ਗੁਲਾਲ ਸਿੱਟਦੇ ਹਨ ਆਕਾਸ਼ ਵੱਲ। ਔਰ ਇਸ ਤਰ੍ਹਾਂ ਬੂੰਦਾਂ, ਜਿਵੇਂ ਬੱਦਲ ਬੂੰਦਾਂ ਦੀ ਵਰਖਾ ਕਰਦੇ ਹਨ, ਔਰ ਉੱਪਰ ਜਾ ਕਰਕੇ ਫਿਰ ਹੇਠਾਂ ਗੁਲਾਲ ਡਿੱਗਦਾ ਹੈ, ਮਨੋ ਬੂੰਦਾਂ ਦੀ ਵਰਖਾ ਹੋ ਰਹੀ ਹੈ। ਜਨ ਸੰਧਿਆ ਮਿਲਵੇ ਕੋ ਆਈ, ਜਾਨੋ ਸੰਧਿਆ ਔਰ ਦਿਨ ਤੇ ਸੰਧਿਆ ਦਾ ਮਿਲਾਪ ਹੋਣ ਵਾਲਾ ਹੈ। ਹਰ ਗੋਬਿੰਦ ਮੁਖ ਚੰਦ ਸੁਹਾਈ, ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮੁਖੜਾ ਚੰਦਰਮਾ ਸਰੀਖਾ ਹੈ, ਬਹੁਤ ਦੇ ਦੀਪਯਮਾਨ ਹੋ ਰਿਹਾ, ਸੁਭਾਇਮਾਨ ਹੋ ਰਿਹਾ ਹੈ। ਮਿਲਿਓ ਗੁਲਾਬ ਗੁਲਾਲ ਉਡੰਤਾ, ਔਰ ਗੁਲਾਲ ਅੰਬੀਰ ਆਦਿਕ ਲੈ ਕਰਕੇ ਉਡਾ ਰਹੇ ਹਨ, ਸਿੱਖ ਹੋਲੀ ਖੇਡ ਰਹੇ ਹਨ। ਖੇਲਤ ਹੋਰੀ ਸ੍ਰੀ ਜਗਕੰਤਾ, ਔਰ ਸਾਰੇ ਜਗਤ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖ ਸੰਗਤਾਂ ਦੇ ਨਾਲ ਹੋਲੀ ਖੇਡ ਰਹੇ ਹਨ। ਛੁਟਤ ਅੰਬੀਰਨ ਮੂਠ ਬੜੇਰੀ, ਮੁੱਢ ਭਰ ਭਰ ਕੇ ਅੰਬੀਰ ਦਾ ਉਡਾਉਂਦੇ ਹਨ। ਦੋ ਦਿਸ ਹਵੈ ਕਰ ਹੇਲੋ ਗੋਇਰੀ, ਔਰ ਜੋ ਜਿਸ ਦਿਸ਼ਾ ਵੱਲ ਹੈ ਔਰ ਸਭ ਰੰਗ ਸਿੱਟਦੇ ਹਨ ਇੱਕ ਦੂਜੇ ਦੇ ਉੱਪਰ ਦੋਹਾਂ ਦਿਸ਼ਾਵਾਂ ਤੋਂ, ਔਰ ਰੰਗ ਭਰ ਕੇ ਪਿਚਕਾਰੀ ਵਿੱਚ ਇਸ ਤਰ੍ਹਾਂ ਹੋਲੀ ਖੇਡ ਰਹੇ ਹਨ। ਹੋਲੀ ਖੇਲ ਛੁਟਤ ਪਿਚਕਾਰੀ, ਔਰ ਪਿਚਕਾਰੀ ਛੁੱਟਦੀ ਹੈ ਜਦੋਂ ਹੋਲੀ ਖੇਡਦੇ ਹਨ। ਪਿਚਕਾਰੀ ਵਿੱਚ ਰੰਗ ਭਰ ਕੇ ਇੱਕ ਦੂਜੇ ਉੱਪਰ ਪਾਉਂਦੇ ਹਨ। ਭਰ ਭਰ ਮੁੱਠ ਸਮੋਹੇ ਡਾਰੀ, ਔਰ ਭਰ ਭਰ ਕੇ ਸਨਮੁਖ, ਮੁੱਠ ਭਰ ਭਰ ਕੇ ਸਨਮੁਖ ਇੱਕ ਦੂਜੇ ਦੇ ਉੱਪਰ ਰੰਗ ਗੁਲਾਲ ਆਦਿਕ ਸਿੱਟਦੇ ਹਨ। ਬ੍ਰਿਧ ਮਸੰਦ ਸੰਗਤਾ ਸੰਗ, ਬਹੁਤ ਸਾਰੇ ਮਸੰਦ ਸੰਗਤਾਂ ਦੇ ਨਾਲ, ਸੰਗਤਾਂ ਨੂੰ ਨਾਲ ਲੈ ਕੇ ਆਏ ਹਨ। ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਮਸੰਦ ਲੈ ਕੇ ਆਏ ਹਨ। ਖੇਲਤ ਫਾਗ ਡਾਰ ਬਹੁ ਰੰਗ, ਬਹੁਤ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਰੰਗਾਂ ਨੂੰ ਸਿੱਟਦੇ ਹਨ। ਔਰ ਖੇਲਤ ਫਾਗ, ਫਾਗ ਨਾਮ ਹੋਲੀ, ਚਾਚਰ ਨਾਮ ਵੀ ਹੋਲੀ ਦਾ ਹੈ। ਇਸ ਤਰ੍ਹਾਂ ਫਾਗ ਹੋਲੀ ਖੇਡਦੇ ਹਨ। ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ, ਦੇਖਤ ਸਭ ਮਨ ਮੁਦਤ ਵਿਸਾਲਾ, ਦੇਖ ਕਰਕੇ ਸਾਰਿਆਂ ਦੇ ਮਨ 'ਚ ਪ੍ਰਸੰਨਤਾ ਹੁੰਦੀ ਹੈ,
ਮਨ ਬੜਾ ਉਤਸ਼ਾਹਿਤ ਹੁੰਦਾ ਹੈ। ਭਰਿਓ ਬਦਨ ਪਰ ਜਮਿਓ ਗੁਲਾਲਾ। ਜਦੋਂ ਗੁਲਾਲ ਸਿੱਟਦੇ ਹਨ ਇੱਕ ਦੂਜੇ ਦੇ ਸਰੀਰ ਉੱਪਰ, ਉਹ ਸਰੀਰ ਦੇ ਉੱਪਰ ਗੁਲਾਲ ਜੰਮ ਜਾਂਦਾ ਹੈ। ਸਭ ਕੇ ਬਰਨ ਲਾਲ ਹੋਏ ਗਏ। ਸਾਰਿਆਂ ਦਾ ਸਰੀਰ, ਸਾਰਿਆਂ ਦੇ ਬਸਤਰ ਲਾਲ ਰੰਗ ਦੇ ਹੋ ਗਏ। ਚਿਤਿਤਰ ਬਸਤਰ ਬਚਿਤ੍ਰਤ ਪਏ। ਔਰ ਬਹੁਤ ਚਿਤਰਤ ਕੀਤੇ ਹੋਏ ਬਸਤਰ ਜਿਹੜੇ ਹਨ ਵਿਚਿੱਤਰ ਬਣ ਗਏ ਰੰਗਾਂ ਦੇ ਨਾਲ। ਅੱਗੇ ਔਰ ਚਿੱਤਰਕਾਰੀ ਵਾਲੇ ਬਸਤਰ ਸਨ, ਰੰਗ ਪੈਣ ਨਾਲ ਵਿਚਿੱਤਰ ਹੋ ਗਏ। ਹਿਮ ਸਤਿਗੁਰ ਬੋ ਕਰੇ ਬਿਲਾਸਾ। ਇਸ ਤਰ੍ਹਾਂ ਸਤਿਗੁਰੂ ਜੀ ਬਹੁਤ ਹੀ ਬਿਲਾਸ ਕੌਤਕ ਕਰ ਰਹੇ ਹਨ। ਸਿੱਖ ਮਸਾਦ ਮਿਲੇ ਗਨ ਦਾਸਾ। ਔਰ ਸਿੱਖ ਮਸੰਦ ਬਹੁਤ ਸਾਰੇ ਮਿਲੇ ਹਨ, ਦਾਸ ਸੇਵਕ ਬਹੁਤ ਸਾਰੇ ਆਏ ਹਨ। ਹਿਰਦੇ ਮੁਦਤ ਸਭ ਕੇ ਹੋਏ ਰਹੇ। ਔਰ ਹਿਰਦੇ ਵਿੱਚ ਸਾਰਿਆਂ ਦੇ ਖੁਸ਼ੀ ਹੈ, ਪ੍ਰਸੰਨਤਾ ਹੈ। ਕੁਸਲ ਪ੍ਰਸੰਨ ਸਭ ਹਿਨ ਸੋ ਕਹੇ। ਗੁਰੂ ਸਾਹਿਬ ਜੀ ਸਾਰਿਆਂ ਦੇ ਤਾਈਂ ਕੁਸ਼ਲ ਪ੍ਰਸੰਨ ਔਰ ਹਾਲ ਸਮਾਚਾਰ ਪੁੱਛਦੇ ਹਨ, ਸਾਰਿਆਂ ਦਾ ਸੁਖ ਸਾਂਦ ਪੁੱਛਦੇ ਹਨ। ਬ੍ਰਿੰਦ ਮਸਾਂਦ ਜੇ ਸਿੱਖ ਪ੍ਰਧਾਨੇ। ਬਹੁਤ ਸਾਰੇ ਮਸੰਦ ਜਿਹੜੇ ਜਾਂ ਸਿੱਖ ਜਿਹੜੇ ਪ੍ਰਧਾਨ ਮੁਖੀ ਹਨ, ਮੁਖੀ ਸਿੱਖ ਅਤੇ ਮੁਖੀ ਮਸੰਦ ਜਿਹੜੇ ਹਨ, ਕਰ ਜੋ ਰਤਨ ਜਸਰੇ ਬਖਾਨੇ। ਹੱਥ ਜੋੜ ਕਰਕੇ ਔਰ ਸ੍ਰੇਬ ਖਾਨੇ ਕਲਿਆਣ ਹੋਵੇ ਉਚਾਰਨ ਕਰਦੇ ਹਨ। ਮਹਾ ਦੀਵਾਨ ਲਗਿਓ ਦੁਤ ਪਾਵਤ। ਬਹੁਤ ਵੱਡਾ ਦੀਵਾਨ ਸਜਿਆ, ਬਹੁਤ ਸ਼ੋਭਾ ਵਾਲਾ। ਸਬਦ ਰਬਾਬੀ ਸੁੰਦਰ ਗਾਵਤ। ਔਰ ਸਤਿਗੁਰਾਂ ਦਾ ਗੁਰ ਸਭਾ ਲੱਗਿਆ, ਬਹੁਤ ਵੱਡਾ ਦੀਵਾਨ ਲੱਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 5 ਪ੍ਰਕਾਰ ਦੀ ਸਭਾ ਦਾ ਜ਼ਿਕਰ ਆਉਂਦਾ ਹੈ। ਸਿੱਧ ਗੋਸ਼ਟ ਨਾਮੇ ਬਾਣੀ ਵਿੱਚ ਇੱਕੋ ਪੰਕਤੀ ਵਿੱਚ 2 ਸਭਾ ਦਾ ਜ਼ਿਕਰ ਆਉਂਦਾ ਹੈ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਜਿੱਥੇ ਸਿੱਧਾਂ ਦੀ ਸਭਾ ਲੱਗੀ ਹੋਵੇ ਸਿੱਧ ਸਭਾ, ਸੰਤਾਂ ਦੀ ਸਭਾ ਨੂੰ ਸੰਤ ਸਭਾ ਕਿਹਾ ਹੈ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਵਿਚਾਰੋ। ਫਿਰ ਤੀਜੀ ਸਭਾ ਹੈ ਗੁਰ ਸਭਾ, ਚੌਥੀ ਸਿੱਖ ਸਭਾ ਔਰ 5ਵੀਂ ਸਭਾ ਦੁਸ਼ਟ ਸਭਾ ਹੈ। ਜਿੱਥੇ ਦੁਸ਼ਟਾਂ ਦੀ ਸਭਾ ਲੱਗੀ ਹੋਵੇ ਦੁਸ਼ਟ ਸਭਾ ਉਸ ਨੂੰ ਕਿਹਾ ਹੈ। ਸੋ ਗੁਰਾਂ ਦੀ ਸਭਾ ਲੱਗੀ ਹੋਈ ਹੈ, ਦੀਵਾਨ ਲੱਗਿਆ ਹੋਇਆ ਬਹੁਤ ਵੱਡਾ। ਗੁਰ ਸਿੱਖਣ ਕੋ ਮੇਲ ਸੁਹੇਲਾ। ਔਰ ਗੁਰਸਿੱਖਾਂ ਦਾ ਸੁਖੈਣ ਹੀ ਮੇਲ ਹੁੰਦਾ ਹੈ, ਜੋੜ ਮੇਲਾ ਹੁੰਦਾ ਹੈ। ਸੋ ਸਾਧ ਸੰਗਤ ਜੀ, ਪਹਿਲਾਂ ਸਿਰਫ ਮੇਲਾ ਸ਼ਬਦ ਪ੍ਰਚਲਿਤ ਸੀ। ਤੀਜੇ ਪਾਤਸ਼ਾਹ ਜੀ ਨੇ ਮੇਲਾ ਦੇ ਨਾਲ ਜੋੜ ਸ਼ਬਦ ਜੋੜ ਕਰਕੇ ਜੋੜ ਮੇਲਾ ਪ੍ਰਚਲਿਤ ਕੀਤਾ। ਜਦੋਂ ਗੋਇੰਦਵਾਲ ਸਾਹਿਬ ਸਿੱਖ ਆਉਂਦੇ ਸਨ ਦੂਰੋਂ ਦੂਰੋਂ, ਉਹ ਕੋਈ ਉੱਥੇ ਰਹਿੰਦਾ ਨਹੀਂ ਸੀ। ਇੱਕ ਆਉਂਦਾ ਸੀ, ਇੱਕ ਚਲਾ ਜਾਂਦਾ ਸੀ। ਆਪਸ 'ਚ ਕੋਈ ਮੇਲ ਮਿਲਾਪ ਨਹੀਂ, ਜਾਣ ਪਛਾਣ ਨਹੀਂ ਸੀ ਹੁੰਦੀ। ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ, ਸਾਰੇ ਸਿੱਖ ਆਉਂਦੇ ਹਨ ਵੱਖੋ ਵੱਖ ਸਮਿਆਂ 'ਤੇ ਔਰ ਆ ਕੇ ਚਲੇ ਜਾਂਦੇ ਹਨ, ਠਹਿਰਦਾ ਕੋਈ ਨਹੀਂ, ਜਾਣ ਪਛਾਣ ਨਹੀਂ ਹੁੰਦੀ। ਕੋਈ ਐਸਾ ਦਿਨ ਮੁਕਰਰ ਕਰੋ ਜਿਸ ਦਿਨ ਸਾਰੇ ਇਕੱਠੇ ਹੋ ਕੇ ਆਉਣ, 2-3 ਦਿਨ ਇੱਥੇ ਰਹਿਣ, ਸਮਾਗਮ ਹੋਵੇ ਅਤੇ ਇੱਕ ਦੂਜੇ ਦੇ ਨਾਲ ਜਾਣ ਪਛਾਣ ਹੋ ਸਕੇ। ਕਿਰਪਾ ਦੇ ਘਰ ਵਿੱਚ ਆ ਕੇ ਭੱਲੇ ਕੁਲ ਦੇ ਸਿਰਮੌਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵਿਸਾਖੀ ਦੀ ਪਹਿਲੀ ਦਾ ਦਿਨ ਮੁਕਰਰ ਕੀਤਾ ਕਿ ਵਿਸਾਖੀ ਦੀ ਪਹਿਲੀ ਨੂੰ ਸਾਰੇ ਇਕੱਠੇ ਹੋ ਕੇ ਆਇਓ, 2-3 ਦਿਨ ਦਾ ਸਮਾਗਮ ਹੋਵੇਗਾ। 2-3 ਦਿਨ ਤੁਸਾਂ ਨੇ ਇੱਥੇ ਰਹਿਣਾ, ਆਪਸ 'ਚ ਜਾਣ ਪਛਾਣ ਵੀ ਹੋ ਜਾਵੇਗੀ, ਜੋੜ ਮੇਲਾ ਵੀ ਹੋਵੇਗਾ, ਇਕੱਠ ਹੋਵੇਗਾ ਸਿੱਖ ਸੰਗਤਾਂ ਦਾ। ਸੋ ਇਸ ਤਰ੍ਹਾਂ ਸਿੱਖਾਂ ਦਾ ਜੋੜ ਮੇਲਾ ਬਹੁਤ ਸ਼ੋਭ ਰਿਹਾ ਹੈ। ਦੋਹੇ ਲੋਕਨ ਮੈਂ ਜੋ ਹੋਏ ਮੁਦ ਮੇਲਾ। ਦੋਹਾਂ ਲੋਕਾਂ ਵਿੱਚ ਖੁਸ਼ੀਆਂ ਦਾ ਮੇਲ ਮਿਲਾਪ ਹੁੰਦਾ ਹੈ। ਦਰਸ਼ਨ ਦੇਖ ਦੇਖ ਬਲਿਹਾਰੀ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਦੇਖ ਦੇਖ ਕੇ ਸਾਰੇ ਬਲਿਹਾਰ ਕੁਰਬਾਨ ਜਾਂਦੇ ਹਨ। ਸਤਿਗੁਰਾਂ ਦਾ ਦਰਸ਼ਨ ਕਰਕੇ ਸਾਰੇ ਬਲਿਹਾਰ ਕੁਰਬਾਨ ਜਾਂਦੇ ਹਨ। ਅਦਿਕ ਪ੍ਰੇਮ ਤੇ ਸੁਖਦ ਉਦਾਰੀ। ਬੜੇ ਪ੍ਰੇਮ ਦੇ ਸਹਿਤ ਔਰ ਸੁਖਦ ਉਚਾਰੀ ਔਰ ਸੁਖ ਸ਼ਾਂਤੀ ਦੀ ਗੱਲ ਕਰਦੇ ਹਨ। ਬੜੇ ਪ੍ਰੇਮ ਦੇ ਸਹਿਤ
ਸਵਾ ਪਹਿਰ ਸਤਿਗੁਰ ਤਹਿ ਥਿਰੇ। ਸਵਾ ਪਹਿਰ ਤੱਕ ਗੁਰੂ ਸਾਹਿਬ ਜੀ ਵੱਡੇ ਦੀਵਾਨ ਵਿੱਚ ਸਜੇ ਰਹੇ। ਦਾਸ ਅਨੇਕ ਉਦਾਹਰਣ ਕਰੇ। ਅਨੇਕਾਂ ਦਾਸਾਂ ਦਾ ਉਧਾਰ ਕੀਤਾ। ਕਿਰਪਾ ਦ੍ਰਿਸ਼ਟ ਦਾਸਨ ਪਰ ਡਾਰਤ। ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਸਾਰੇ ਸਿੱਖਾਂ ਦੇ ਉੱਪਰ ਪਾਉਂਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਬੋਰ ਉਠਨ ਕੀ ਇੱਛਾ ਧਾਰਤ। ਫਿਰ ਗੁਰੂ ਸਾਹਿਬ ਜੀ ਉੱਠਣ ਦੀ ਇੱਛਾ ਧਾਰੀ। ਪੂਰ ਕਾਮਨਾ ਕਰ ਸਭ ਕੇਰੀ। ਔਰ ਸਭ ਸਿੱਖ ਸੇਵਕਾਂ ਦੀਆਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਕੇ ਅੰਤਰ ਸਦਨ ਗਏ ਤਿਸ ਬੇਰੀ। ਉਸ ਸਮੇਂ ਸਭਾ ਚੋਂ ਉੱਠ ਕਰਕੇ ਆਪਣੇ महल विखे गए पातशाह जी। कर स्नान पो सिसले और जो वस्त्र रंगां दे नाल भर गए सन, लाल हो गए सन, वो वस्त्र ला के पातशाह जी ने स्नान किया। होर नवे वस्त्र पाए। बैठत पे सोडी सिर मोर। और फिर नवे वस्त्र पा करके सोडी कुल दे सिर मोर सतगुरु हरगोबिंद साहब जी महाराज आन के बैठे। खान पर कर निशा बिताई। और खान पान करके रात बतीत की थी। जाम रही जागे गोसाई। और पहर रात रहंदी गोसाई गुरु हरगोबिंद साहब जी महाराज जागे। ये पंचम पिता श्री गुरु अर्जन देव पातशाह जी ने बाबा बुढ़ा साहब जी नूं समझाया सी और साहिबजादे नूं भी समझाया कि पहर रात रहंदी जाग करके इशनान करके बाणी दा जाप करना, सिमरन करना, स्वै स्वरूप दा ध्यान लाउणा। ये सारी गल समझा के गए सन पंजवें पातशाह साहिबजादे नूं। साहिबजादा गुरु हरगोबिंद साहब जी महाराज उवें ही करते रहे। ये नियम बना लिया शुरू तो ही अखीर तक, शरीर त्यागण समय तक पहर रात रहंदी जाग करके सावधान हो जाते, अपने स्वै स्वरूप का ध्यान धारते। जदों सूरज निकलदा तां समाधि तो उपराम हुंदे, निर्विकल्प समाधि विच लीन हो जाते सन। इशनान करके अपने स्वै स्वरूप का सचित आनंद स्वरूप का ध्यान धारते सन। जो आप अकाल पुरख वाहिगुरु दे सरगुण स्वरूप हैं, फिर भी अकाल पुरख वाहिगुरु दे स्वरूप का ध्यान धारते हैं। सो पहर रात जदों बाकी रही, छेवें पातशाह जाग करके स्नान किया। एक दिवस पुन अवर बितायो। एक दिन होर बतीत किया। तिथि दूज को समय आयो। और दूज थित दा समा आया। बीच बाजार सथंडल ऊंचे। बिच बाजार दे सथंडल नाम थड़ा, उच्चा थड़ा बनवाया। रच हो फरस दीरग नर मूचे। बहुत सारे सिख सेवक लग करके उच्चा थड़ा बनाओ और चंगी तरह और खुली जगह विच फर्श करो। तन हो चाननी चारों कोन। चारे कोन्या तो चांदनी तानना करो। तरे चंदोवा बांधो तोन। और उस दे हेठा चंदोवा तानना करो। सर्व समाज सुचार नवीन। सारा साजो समाज चार सुंदर ते नवीन। तैयारी करो बिलम ते हीन। बिना देरी तो सब तैयारी करो छेती छेती। इस प्रकार दासन के साथ। इस प्रकार छेवें पातशाह अपने दासां सेवकां सिखां दे नाल हुक्म बखाने जग गुरुनाथ। सारे जगत दे मालक सतगुरु हरगोबिंद साहब महाराज जी ने यूं हुक्म फरमाया, सब काम छेती छेती करो। उच्चा थड़ा बनाओ, चांदनी तानो, चांदनी दे हेठा चंदोआ तानना करो। रेशम दी डोर नाल बन करके चंगी तरह फर्श दी तैयारी करो। सो ये सारा हुक्म जगत के मालक श्री गुरु हरगोबिंद साहब महाराज जी ने सिखां सेवकां दासां नूं कहा। और वो सिख सेवक उवें तैयारी करन लगे। करहो सुनावन सबके डेरे। और जाकर सिखा नूं कहा कि जो संगतां दूरों दूरों आईयां हन और डेरे लगा करके उड़ीक रहीआं दर्शनां वास्ते, क्योंकि पातशाह जी ने कहा सी तीजे दिन पूर्णमासी वाले दिन दर्शन देंगे।
ਸੋ ਅੱਜ ਪੂਰਨਮਾਸੀ ਦਾ ਦਿਹਾੜਾ ਆ ਗਿਆ, ਉੱਚਾ ਥੜਾ ਬਣਵਾਇਆ ਹੈ, ਚਾਂਦਨੀ ਤਨਵਾਈ, ਫਰਸ਼ ਤਿਆਰ ਕਰਵਾਈ ਹੈ। ਔਰ ਪਾਤਸ਼ਾਹ ਜੀ ਨੇ ਨਕੀਬ ਨੂੰ, ਚੌਬਦਾਰ ਨੂੰ ਕਹਿ ਦਿੱਤਾ ਕਿ ਸਿੱਖਾਂ ਦੇ ਡੇਰਿਆਂ ਵਿੱਚ ਜਾ ਕੇ ਖਬਰ ਕਰ ਦਿਓ, ਆਏ ਸੰਪੂਰਨ ਸਭਾ ਸੁਹੇਰੇ। ਆ ਕੇ ਕਹੋ ਕਿ ਗੁਰੂ ਸਾਹਿਬ ਜੀ ਨੇ ਅੱਜ ਦੀਵਾਨ ਲਗਾ ਕਰਕੇ ਸਾਰਿਆਂ ਨੂੰ ਦਰਸ਼ਨ ਦੇਣੇ ਹਨ। ਸੋ ਸਾਰੇ ਆ ਕੇ ਸਭਾ ਵਿੱਚ ਆ ਕੇ ਸਤਿਗੁਰਾਂ ਦੇ ਦਰਸ਼ਨ ਪਰਸਨ ਕਰੋ। ਸਭ ਡੇਰਿਆਂ ਵਿੱਚ ਇਹ ਖਬਰ ਭੇਜ ਦਿੱਤੀ। ਦੋਹਰਾ ਸੁਨ ਕੈ ਫਿਰਿਓ ਨਕੀਬ ਤਬ ਸਿੱਖ ਸੰਗਤ ਕੇ ਮਾਹੇ। ਔਰ ਸੁਣ ਕਰਕੇ ਨਕੀਬ ਜਿਹੜਾ ਹੈ ਉੱਚੀ ਆਵਾਜ਼ ਵਿੱਚ ਸਭ ਡੇਰਿਆਂ ਵਿੱਚ ਫਿਰ ਕੇ ਸਿੱਖ ਸੰਗਤਾਂ ਨੂੰ ਸਾਵਧਾਨ ਕਰਨ ਲੱਗਿਆ। ਰਾਏ ਜੋਤ ਕੋ ਸੁਤ ਦਈ ਅਪਰ ਸਭਨ ਕੇ ਪਾਹੇ। ਰਾਏ ਜੋਧ ਨੂੰ ਖਬਰ ਦਿੱਤੀ, ਹੋਰ ਸਾਰਿਆਂ ਦੇ ਪਾਸ ਜਾ ਕੇ ਨਕੀਬ ਨੇ ਖਬਰ ਦਿੱਤੀ ਕਿ ਚੱਲ ਕੇ ਗੁਰੂ ਦਰਬਾਰ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਕਰੋ। ਚੌਪਈ ਆਜ ਲਗੈ ਗੁਰ ਕੋ ਦਰਬਾਰ। ਅੱਜ ਗੁਰਾਂ ਦਾ ਦਰਬਾਰ ਲੱਗਣਾ ਹੈ। ਸਗਰੇ ਆਵੋ ਸਭਾ ਮਜਾਰ। ਸਾਰੇ ਮਿਲ ਕਰਕੇ ਸਭਾ ਦੇ ਵਿੱਚ ਆਉਣਾ ਕਰੋ। ਰਾਉ ਰੰਗ ਸੰਗਤ ਕੇ ਸਾਰੇ। ਔਰ ਸੰਗਤਾਂ, ਸਿੱਖ ਸੰਗਤਾਂ, ਰਾਉ ਰੰਗ, ਅਮੀਰ ਗਰੀਬ, ਊਚ ਨੀਚ ਸਾਰੇ ਆਉਣ। ਆਏ ਲਹਿ ਦਰਸ਼ਨ ਸੁਖ ਸਾਰੇ। ਔਰ ਆ ਕਰਕੇ ਦਰਸ਼ਨ ਕਰਕੇ ਸਾਰੇ ਸੁਖ ਲੈਣਾ ਕਰੋ। ਕੀਰਤਪੁਰ ਕੇ ਚੋਹ ਦਿਸ ਡੇਰੇ। ਔਰ ਕੀਰਤਪੁਰ ਸਾਹਿਬ ਦੇ ਚਾਰ ਚੁਫੇਰੇ ਜੋ ਸਿੱਖਾਂ ਦੇ ਡੇਰੇ ਲੱਗੇ ਸਨ। ਗਨ ਮਸੰਦ ਜੁਤ ਸਿੱਖਣ ਕੇਰੇ। ਗਨ ਮਸੰਦ ਜੁਤ ਸਿੱਖਣ ਕੇਰੇ। ਸਿੱਖਾਂ ਦੇ ਆਪੋ ਆਪਣੇ ਮਸੰਦ ਹਨ ਔਰ ਆਪੋ ਆਪਣੇ ਮਸੰਦਾਂ ਦੇ ਨਾਲ ਜਿਹੜੇ ਸਿੱਖ ਆਏ ਹਨ। ਸਭ ਹਿਨ ਕੋ ਸੁਧ ਕਹੀ ਪੁਕਾਰ। ਨਕੀਬ ਨੇ ਸਾਰਿਆਂ ਨੂੰ ਜਾ ਕੇ ਖਬਰ ਸੁਣਾਈ। ਸੁਣ ਪਹੁੰਚੋ ਗੁਰ ਕੇ ਦਰਬਾਰ। ਸੁਣ ਕਰਕੇ ਔਰ ਗੁਰੂ ਦਰਬਾਰ ਵਿੱਚ ਪਹੁੰਚਣਾ ਕਰੋ ਛੇਤੀ। बीच बाजार सथंडल चार। ਔਰ ਚਾਰ ਸੁੰਦਰ ਥੜਾ ਬਣਵਾਇਆ ਵਿੱਚ ਬਾਜ਼ਾਰ ਦੇ। ऊपर फरस पयो तिस चार। ਅਤੇ ਸੁੰਦਰ ਫਰਸ਼ ਵੀ ਤਿਆਰ ਕਰਵਾਈ ਹੈ। सेत चांदनी करी लगावन। ਚਿੱਟੀ ਚਾਂਦਨੀ ਲਗਾਉਣਾ ਕੀਤੀ ਹੈ। तनयो बितान महान सुहावन। ਤੇ ਫਿਰ ਚੰਦੋਆ ਚਾਨਣੀ, ਉਸ ਤੋਂ ਬਾਅਦ ਕਨਾਤਾਂ ਵੀ ਤਾਣੀਆਂ ਗਈਆਂ। झालर जरी चलकती झूलत। ਔਰ ਝਾਲਰ ਲਟਕ ਰਹੀ ਹੈ ਕਨਾਤਾਂ ਦੇ ਚਾਰ ਚਫੇਰੇ। कुसम जरी के जथा पर फूलत। ਔਰ ਸੂਖਮ ਜੜੀਦਾਰ ਜੋ ਬਹੁਤ ਮਨ ਨੂੰ ਪ੍ਰਫੁੱਲਤ ਕਰਨ ਵਾਲੇ ਹਨ। रेशम डोरन ते बहुत तनयो। ਔਰ ਰੇਸ਼ਮ ਦੀ ਡੋਰ ਦੇ ਨਾਲ ਬਹੁਤਾ ਤਣਿਆ ਹੋਇਆ। बहुत मोल को सुंदर बन्यो। ਬਹੁਤ ਕੀਮਤੀ ਸੁੰਦਰ ਬਣਿਆ ਹੈ। दिपत अमंद दिह मसलंद। ਮਸਲੰਦ ਜੋ ਹੈ ਉਹ ਬਹੁਤ ਸੁੰਦਰ ਪ੍ਰਕਾਸ਼ਮਾਨ ਹੋ ਰਿਹਾ, ਦੇ ਦੀਪਮਾਨ ਹੋ ਰਿਹਾ ਹੈ। ਧਰ ऊपर उपधान बिलंद। ਔਰ ਉਸ ਦੇ ਉੱਪਰ ਵੱਡਾ ਉਪਧਾਨ ਨਾਮ ਸਿਰਹਾਣਾ ਰੱਖਿਆ ਗਿਆ। लग्यो मोल वो सोबत आछे। ਸਿਰਹਾਣਾ ਬਣਾਉਣ ਵਿੱਚ ਬਹੁਤ ਧਨ ਖਰਚ ਹੋਇਆ, ਬਹੁਤ ਸੁੰਦਰ ਬਣਿਆ ਹੈ। कारीगरन कीन मन बाछे। ਔਰ ਚਿੱਤੋਂ ਚਾਹ ਕਰਕੇ ਕਾਰੀਗਰਾਂ ਨੇ ਉਹ ਸਿਰਹਾਣਾ ਬਣਾਇਆ ਹੈ। भयो त्यार सुध जबै ਸੁਣਾਈ। ਜਦੋਂ ਖਬਰ ਸੁਣਾਈ ਨਕੀਬ ਨੇ, ਸਾਰੀਆਂ ਸੰਗਤਾਂ ਤਿਆਰ ਹੋਈਆਂ ਦਰਸ਼ਨ ਪਰਸਨ ਕਰਨ ਵਾਸਤੇ। ਉਠ ਪ੍ਰਭੂ ਗਮਨ ਕਰਿਓ ਤਿਸ ਥਾਈ। ਔਰ ਉਸ ਥਾਂ ਤੇ ਜਿੱਥੇ ਦੀਵਾਨ ਲੱਗਣਾ ਹੈ, ਗੋਸਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠ ਕੇ ਚੱਲ ਪਏ। ਸ੍ਰੀ ਹਰਿ ਰਾਏ ਸੰਗ ਨਿਜ ਲੀਨ। ਆਪਣੇ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੇ ਨਾਲ ਲਿਆ। ਮਿਰਧੁਲ ਸਰੂਪ ਸੋ ਬੈਸ ਨਵੀਨ। ਔਰ ਬੈਸ ਉਮਰ ਨਵੀਂ ਉਮਰ ਹੈ, ਮਿਰਦਲ ਸੁਭਾਵ ਹੈ, ਕੋਮਲ ਸੁਭਾਵ ਹੈ ਜਿਨ੍ਹਾਂ ਦਾ। ਸੂਰਜ ਮਲ ਸ੍ਰੀ ਤੇਗ ਬਹਾਦਰ। ਬਾਬਾ ਸੂਰਜਮਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਰੇ ਹਕਾਰਨ ਤੇਠਾਂ ਸਾਦਰ। ਸਾਦਰ ਪੂਰਵਕ ਸਾਰੇ ਸਾਹਿਬਜ਼ਾਦਿਆਂ ਨੂੰ ਸੱਦਣਾ ਕੀਤਾ। ਅਣੀ ਰਾਏ ਜੁਤ ਸਭ ਚਲ ਆਏ। ਅਣੀ ਰਾਏ ਜੀ ਦੇ ਸਹਿਤ ਸਾਰੇ ਸਾਹਿਬਜ਼ਾਦੇ, ਤਿੰਨੇ ਸਾਹਿਬਜ਼ਾਦੇ ਆ ਗਏ ਚੱਲ ਕੇ। ਨਿਜ ਨਿਜ ਦਾਸ ਸੰਗ ਸਮੁਦਾਏ। ਔਰ ਤਿੰਨੇ ਸਾਹਿਬਜ਼ਾਦੇ ਆਪੋ ਆਪਣੇ ਸੇਵਕਾਂ ਦਾਸਾਂ ਦੇ ਨਾਲ ਆਏ ਹਨ। ਭਾਨਾ ਸਾਹਿਬ ਬਿਰਧ ਕੀ ਅੰਸ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼
ਭਾਈ ਭਾਨਾ ਸਾਹਿਬ ਜੀ ਜੋ ਹੋਏ ਸਿੱਖੀ ਅਵਤੰਸ, ਜੋ ਸਿੱਖਾਂ ਦੇ ਸ਼੍ਰੋਮਣੀ ਹੋਏ ਹਨ, ਲੈ ਕਰ ਸਾਥ ਨਾਥ ਤਹ ਗਏ। ਔਰ ਨਾਥ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਭਾਨਾ ਜੀ ਦਾ ਹੱਥ ਫੜ ਕੇ ਨਾਲ ਲੈ ਕੇ ਗਏ। ਬੰਦਤ ਗਾਦੀ ਬੈਠਤ ਪਏ, ਔਰ ਗੱਦੀ ਤੇ ਬੈਠਦੇ ਪਏ ਸਭ ਸਿੱਖ ਸੰਗਤਾਂ ਆ ਕੇ ਨਮਸਕਾਰਾਂ ਕਰਨ ਲੱਗੀਆਂ। ਸੋ ਸਾਧ ਸੰਗਤ ਜੀ, ਇੱਥੇ ਕਥਾ ਵਿਰਾਮ ਤੇ ਆ ਗਈ, ਸਮਾਂ ਸਮਾਪਤ ਹੈ। ਆਓ 2 ਮਿੰਟ ਵਾਹਿਗੁਰੂ ਗੁਰੂ ਮੰਤਰ ਦੀ ਹਾਜ਼ਰੀ ਲਾਈਏ, ਉਪਰੰਤ ਸਮਾਪਤੀ ਹੈ। ਕੋਈ ਰਸਨਾ ਵਾਂਝੀ ਨਾ ਰਹੇ। ਉਠਤ ਬੈਠਤ ਸੋਭਤ ਜਾਗਤ ਗੁਰੂ ਮੰਤਰ ਹਿਰਦੈ ਚਿਤਾਰ। ਉਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਮਿਲ ਕੇ ਜਪੀਏ ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਭਾਨਾ ਸਾਹਿਬ ਬ੍ਰਿੰਦ ਕੀ ਅੰਸ, ਜੋ ਹੋਏ ਸਿੱਖੀ ਅਵਤੰਸ। ਲੈ ਕਰ ਸਾਥ ਨਾਥ ਤਹ ਗਏ, ਬੰਦਤ ਗਾਦੀ ਬੈਠਤ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਕੇ ਚਰਨ ਸਰਨ ਹੋ ਕੇ ਨਿਮਰਤ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।